ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਆਪ ਸਭ ਦਾ ਸਵਾਗਤ ਹੈ। ਜੁੜ ਚੁੱਕੇ ਨੇ ਮੇਰੇ ਨਾਲ ਸੈਨ ਹੋਜ਼ੇ ਤੋਂ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 17 ਤਰੀਕ ਆ, ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਜਿਹੜਾ ਵੀਰਵਾਰ ਆ ਤੇ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੀਮੌਂਟ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 4087227698 ਦੇ ਉੱਤੇ ਜੀ। ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਇੱਕ ਦੋ ਅਨਾਊਂਸਮੈਂਟਾਂ ਜਿਹੜੀਆਂ ਆਪਾਂ ਕਰਦੇ ਜਾਈਏ। ਜਿਹੜੀ ਸੈਕਰਾਮੈਂਟੋ ਦੇ ਵਿੱਚ ਰੈਲੀ ਹੋ ਰਹੀ ਆ ਕਿਸਾਨਾਂ ਦੇ ਸੰਬੰਧ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ, ਉਹ 10:30 ਵਜੇ ਜਿਹੜੀ ਸਟਾਰਟ ਹੋਣੀ ਆ ਸ਼ਨੀਚਰਵਾਰ ਨੂੰ 7485 ਕਾਲਜ ਟਾਊਨ ਡਰਾਈਵ ਸੈਕਰਾਮੈਂਟੋ ਤੋਂ। ਤੇ ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ ਸੈਕਰਾਮੈਂਟੋ, ਯੂਬਾ ਸਿਟੀ, ਫੇਅਰਫੀਲਡ, ਇੱਧਰੋਂ ਲੋਰਡਾਈ, ਸਟਾਕਟਨ, ਇਸ ਏਰੀਏ ਤੋਂ ਜਿੰਨੇ ਵੀ ਸੰਗਤ ਪਹੁੰਚ ਰਹੀ ਆ ਉੱਥੇ ਵੱਧ ਤੋਂ ਵੱਧ ਪਹੁੰਚੋ। ਕਾਫੀ ਵੱਡਾ ਇਹ ਜਿਹੜਾ ਪ੍ਰੋਟੈਸਟ ਹੋਊਗਾ। ਤੇ ਦੂਸਰਾ, ਇੱਕ ਸਾਨੂੰ ਵਾਰ-ਵਾਰ ਸਾਡੇ ਕਈ ਸਰੋਤਿਆਂ ਨੇ ਕਾਲਾਂ ਕੀਤੀਆਂ ਵੀ ਲਾਸ ਐਂਜਲਸ ਦੇ ਵਿੱਚ ਜਿਹੜੇ ਪ੍ਰੋ ਇੰਡੀਆ ਲੋਕ ਹੈਗੇ ਆ, ਮੋਦੀ ਦੇ ਭਗਤ, ਆਪਾਂ ਪ੍ਰੋ ਇੰਡੀਆ ਤਾਂ ਨਹੀਂ ਕਹਿ ਸਕਦਾ, ਪ੍ਰੋ ਮੋਦੀ ਕਹਿ ਸਕਦੇ ਆ, ਉਹ ਪ੍ਰੋਟੈਸਟ ਕਰਨ ਜਾ ਰਹੇ ਆ ਤੇ ਉਹਦੇ ਵਿਰੋਧ ਦੇ ਵਿੱਚ ਵੀ ਆਪਣੇ ਬੰਦੇ ਬਹੁਤ ਕਹਿੰਦੇ ਪੇ ਕਰਨਾ ਚਾਹੀਦਾ ਆ। ਸੋ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਫ੍ਰੀ ਐਡਵਰਟਾਈਜ਼ਮੈਂਟ ਦੇਣ ਨਾ ਕਰਕੇ ਹੀ ਜਿਹੜਾ ਉਹਨਾਂ ਦਾ ਨਾਮ ਨਹੀਂ ਲੈ ਰਹੇ ਸੀ, ਪਰ ਫਿਰ ਕਈ ਕਾਲਾਂ ਆਈਆਂ। ਸੋ ਸਾਰਿਆਂ ਨੂੰ ਸਰੋਤਿਆਂ ਨੂੰ ਬੇਨਤੀ ਆ, ਮੈਨੂੰ ਨਹੀਂ ਲੱਗਦਾ ਉਹ ਬਾਹਲੀ ਵੱਡੀ ਗਿਣਤੀ 'ਚ ਹੋਣੀ ਆ, ਪਰ ਜਿਸ ਹਿਸਾਬ ਨਾਲ ਖਬਰਾਂ ਆ ਰਹੀਆਂ ਹੈਗੀਆਂ ਆ, ਪਲੀਜ਼ ਲੜਾਈ ਝਗੜੇ ਵਾਲਾ ਕੰਮ ਨਾ ਉੱਥੇ ਕੋਈ ਹੋਵੇ, ਉਸ ਤੋਂ ਜਿਹੜਾ ਦੂਰ ਹੀ ਰਿਹਾ ਜਾਵੇ। ਕਿਉਂਕਿ ਹੁਣ ਤੱਕ ਜਿੰਨੇ ਵੀ ਪ੍ਰੋਟੈਸਟ ਪੂਰੇ ਦੁਨੀਆ ਦੇ ਵਿੱਚ ਹੋਏ ਆ, ਪੰਜਾਬੀਆਂ ਨੇ ਕੀਤੇ ਹੈਗੇ ਆ, ਉਹਦੇ 'ਚ ਸਾਰੇ ਧਰਮਾਂ ਦੇ ਹੀ ਲੋਕ ਆ, ਬਹੁਤ ਹੀ ਵਧੀਆ ਤਰੀਕੇ ਨਾਲ ਹੋਏ ਆ। ਕਿਸੇ ਤਰ੍ਹਾਂ ਦੀ ਕੋਈ ਜਿਹੜੀ ਮਾਰਕਟਾਈ ਦੀ ਗੱਲਬਾਤ ਨਹੀਂ ਹੋਈ ਹੈਗੀ। ਸੋ ਪਲੀਜ਼ ਉੱਥੇ, ਕਿਉਂਕਿ ਕੀ ਹੋਣਾ ਹੈ ਵੀ ਮਾੜੀ ਜਿਹੀ ਗੱਲ ਦੇ ਉੱਤੇ ਉਹ ਨੈਗੇਟਿਵ ਫੇਰ ਪਬਲਿਸਿਟੀ ਹੋਣੀ ਆ। ਲਾਸ ਐਂਜਲਸ ਵੀ ਤੁਹਾਨੂੰ ਪਤਾ ਵੀ ਵੱਡਾ ਹਬ ਸੈਂਟਰ ਆ, ਐਲੇ ਟਾਈਮ ਵਰਗੇ ਨੇ ਝੱਟ ਸਟੋਰੀ ਫੇਰ ਛਾਪ ਦੇਣੀ ਆ। ਤੇ ਉਹ ਜਿਹੜੇ ਸਾਡੇ ਇੰਡੀਆ 'ਚ ਭੈਣ ਭਰਾ ਬੈਠੇ ਹੈਗੇ ਆ, ਸੋ ਉਹਨਾਂ ਦੇ ਜਿਹੜੇ ਮਕਸਦ ਲਈ ਬੈਠੇ ਆ, ਉਹ ਤੋਂ ਜਿਹੜਾ ਇੱਕ ਤਰ੍ਹਾਂ ਨਾਲ ਨੈਗੇਟਿਵ ਜਿਹੜੀ ਖਬਰ ਜਾਊਗੀ। ਸੋ ਪਲੀਜ਼ ਜਿਹੜੇ ਆ ਉੱਥੇ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਬਾਹਲਾ ਜ਼ੋਰ ਲਾਉਣ ਦੀ ਜ਼ਰੂਰਤ। ਤੇ ਜਿਨ੍ਹਾਂ ਨੇ ਜ਼ੋਰ ਲਾਉਣਾ ਸੀ, ਅੱਜ ਫੇਸਬੁੱਕ ਦੇ ਉੱਤੇ ਜਿਹੜਾ ਫੇਸਬੁੱਕ ਦਾ ਹੈੱਡਕੁਆਟਰ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਪਹੁੰਚੇ ਹੋਏ ਸੀ, ਬੱਚੇ ਵੀ, ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਹੈਗਾ ਫੇਸਬੁੱਕ ਕੰਪਨੀ ਦੇ ਬਿਲਕੁਲ ਸਾਹਮਣੇ। ਵੀ ਜਿਹੜੀ ਫੇਸਬੁੱਕ ਆ ਇਹਦੇ ਅੰਬਾਨੀਆਂ ਅਡਾਨੀਆਂ ਦੇ ਕੰਪਨੀਆਂ ਦੇ ਵਿੱਚ ਸ਼ੇਅਰ ਆ, ਜਿਹੜੇ ਹੈਸ਼ਟੈਗ ਹੁੰਦੇ ਆ ਉਹਨਾਂ ਨੂੰ ਜਾਣ ਕੇ ਜਾਂ ਤਾਂ ਡਿਲੀਟ ਕੀਤਾ ਜਾਂਦਾ ਜਾਂ ਬਿਲਕੁਲ ਡਾਊਨ ਕਰ ਦਿੱਤਾ ਜਾਂਦਾ ਹੈਗਾ। ਤੇ ਬਾਕੀ ਜਿਹੜੇ ਨਹੀਂ ਜਾ ਸਕੇ, ਜਿਨ੍ਹਾਂ ਨੇ ਜ਼ੋਰ ਲਾਣਾ, ਉਹ ਸ਼ਨੀਚਰਵਾਰ ਨੂੰ ਫਿਰ ਸੈਕਰਾਮੈਂਟੋ ਦੇ ਵਿੱਚ ਜ਼ਰੂਰ ਵੱਧ ਚੜ੍ਹ ਕੇ ਲਾਇਓ ਜੀ। ਜ਼ਰੂਰ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਰੋਨਾ ਵਾਇਰਸ ਨਾਲ ਸੰਬੰਧਿਤ FDA ਦੇ ਐਡਵਾਈਜ਼ਰਸ ਨੇ ਜਿਹੜੀ ਦੂਜੀ COVID-19 ਦੀ ਜਿਹੜੀ ਵੈਕਸੀਨ ਆ ਉਸ ਨੂੰ ਵੀ ਰਿਕਮੈਂਡ ਕਰ ਦਿੱਤਾ ਹੈ, ਯਾਨੀ ਕਿ ਹਰੀ ਝੰਡੀ ਦਿੱਤੀ ਹੈਗੀ ਆ। FDA ਦੀ ਐਡਵਾਈਜ਼ਰੀ ਕਮੇਟੀ ਨੇ ਜਿਹੜੀ ਮੋਡਰਨਾ ਦੀ ਜਿਹੜੀ ਹੈਗੀ ਆ ਵੈਕਸੀਨ, ਉਸ ਨੂੰ ਵੀ ਕਿਹਾ ਵੀ ਠੀਕ ਆ। ਇਹ ਮੋਡਰਨਾ ਵਾਲੀ ਵੈਕਸੀਨ ਨੂੰ ਇਨਫੈਕਟ ਯੂਨੈਨਿਮਸਲੀ ਸਾਰੇ ਜਿਹੜੇ 20 ਜਾਣੇ ਸੀ ਪੈਨਲ ਦੇ ਉੱਤੇ, ਉਹਨਾਂ ਨੇ ਇਸ ਨੂੰ ਵਰਤਣ ਦੇ ਲਈ ਹਾਮੀ ਜਿਹੜੀ ਉਹ ਭਰੀ ਆ। ਇੱਕ ਜਿਹੜਾ ਕਾਉਂਸਲ ਮੈਂਬਰ, ਪੈਨਲ ਮੈਂਬਰ ਜਿਹੜਾ ਆ ਉਹ
ਐਬਸੈਂਟੀ ਸੀਗਾ, ਉਹ ਮੌਜੂਦ ਨਹੀਂ ਸੀਗੇ। ਸੋ ਇਹ ਹੁਣ ਦੇਖਦੇ ਜਾਈਏ, ਇਸ ਤੋਂ ਇੱਦਾਂ ਹੀ ਦੇਖਿਆ ਗਿਆ ਸੀਗਾ ਜਦੋਂ ਪਿਛਲੀ ਵਾਰ ਫਾਈਜ਼ਰ ਦੀ ਵੈਕਸੀਨ ਆਈ ਸੀ, ਇਸ ਪੈਨਲ ਨੇ ਉਸ ਨੂੰ ਵੀ ਰਿਕਮੈਂਡ ਕੀਤਾ ਸੀਗਾ ਅਤੇ ਉਸ ਤੋਂ ਹਫ਼ਤੇ ਦੇ ਵਿੱਚ ਹੀ ਫਿਰ FDA ਨੇ ਐਮਰਜੈਂਸੀ ਆਥੋਰਾਈਜੇਸ਼ਨ ਇਸ ਨੂੰ ਦੇ ਦਿੱਤੀ ਸੀ। FDA ਨੇ ਤਕਰੀਬਨ ਜਦੋਂ ਵੀ ਪੈਨਲ ਨੇ ਕਿਸੇ ਇੱਕ ਵੈਕਸੀਨ ਦੇ ਉੱਤੇ ਇਸ ਪੈਨਲ ਨੇ ਹਰੀ ਝੰਡੀ ਦਿੱਤੀ ਆ, ਉਸ ਨੂੰ ਉਹ ਅਪਰੂਵਲ ਦੇ ਦਿੰਦੇ ਨੇ। ਸੋ ਮੋਡਰਨਾ ਦੀ ਵੀ ਜਿਹੜੀ ਆ ਉਹ ਤਕਰੀਬਨ ਤਿਆਰ ਹੈਗੀ ਆ। ਇਹ ਜਿਹੜੇ ਕਹਿੰਦੇ ਵੀ ਇਸ ਆਥੋਰਾਈਜੇਸ਼ਨ ਡਿਸੀਜਨ ਆਉਣ ਦੇ ਸੰਭਾਵੀ ਰੂਪ ਦੇ ਵਿੱਚ ਜਿਹੜੇ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਜਨਰਲ ਗੁਸਤਾਵ ਪੜਨਾ ਜਿਹੜੇ ਆ ਉਹਨਾਂ ਨੇ ਕਿਹਾ ਵੀ 6 ਮਿਲੀਅਨ ਡੋਜ਼ਿਸ ਜਿਹੜੀਆਂ ਮੋਡਰਨਾ ਵੈਕਸੀਨ ਦੀਆਂ 3285 ਲੋਕੇਸ਼ਨ ਦੇ ਉੱਤੇ ਪਹਿਲੇ ਹਫ਼ਤੇ ਦੇ ਵਿੱਚ ਹੀ ਜਿਹੜੀਆਂ ਹੈ ਅਪਰੂਵਲ ਤੋਂ ਬਾਅਦ 'ਚ ਡਿਲੀਵਰ ਕਰ ਦਿੱਤੀਆਂ ਜਾਣਗੀਆਂ। ਸੋ ਫਾਈਜ਼ਰ ਦੀ ਜਿੱਦਾਂ ਮੈਂ ਦੱਸਿਆ ਵੀ ਉਹ 1 ਵੀਕ ਦੇ ਵਿੱਚ ਹੀ ਅਪਰੂਵਲ ਹੋ ਗਈ ਸੀ। ਸੋ ਲੱਗ ਰਿਹਾ ਵੀ ਸ਼ਾਇਦ ਇਸ ਵੀਕਐਂਡ 'ਤੇ ਜਾਂ ਅਰਲੀ ਨੈਕਸਟ ਵੀਕ ਦੇ ਵਿੱਚ FDA ਦੇ ਦੁਆਰਾ ਇਹ ਮੋਡਰਨਾ ਦੀ ਵੈਕਸੀਨ ਨੂੰ ਵੀ ਐਮਰਜੈਂਸੀ ਆਥੋਰਾਈਜ਼ ਕਰ ਦਿੱਤਾ ਜਾਊਗਾ। ਆਈ ਥਿੰਕ ਮੋਡਰਨਾ ਦੀ ਵੈਕਸੀਨ ਦੇ ਵਿੱਚ ਇਹ ਚੀਜ਼ ਹੈਗੀ ਆ, ਇੱਕ ਤਾਂ ਇਸ ਨੂੰ ਜ਼ਿਆਦਾ ਘੱਟ ਟੈਂਪਰੇਚਰ ਦੇ ਉੱਤੇ ਰੱਖਣ ਦੀ ਸ਼ਾਇਦ ਜ਼ਰੂਰਤ ਨਹੀਂ ਹੈਗੀ। ਸੋ ਇਸ ਦੇ ਲੋਜਿਸਟਿਕਸ ਫਾਈਜ਼ਰ ਦੀ ਜਿਹੜੀ ਵੈਕਸੀਨ ਆ ਉਸ ਦੇ ਨਾਲੋਂ ਬੈਟਰ ਹੈਗੇ ਆ, ਅਤੇ ਆਈ ਥਿੰਕ ਇਹ ਸਿਰਫ ਅਤੇ ਸਿਰਫ ਅਡਲਟਸ ਨੂੰ ਹੀ ਜਿਹੜੀ ਉਹ ਦਿੱਤੀ ਜਾ ਸਕਦੀ ਹੈਗੀ ਆ। ਸੋ ਵੰਡਿਆ ਜਾਊਗਾ ਜਿਹੜਾ ਇਹ ਕੰਮ ਹੈਗਾ ਵੀ ਕਿਸ ਤਰੀਕੇ ਦੇ ਨਾਲ, ਅਤੇ ਮੋਡਰਨਾ ਦੇ ਨਾਲ ਜਿਹੜੇ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਜਿਹੜੀ ਸਰਕਾਰ ਆ ਉਸ ਦਾ ਵੱਡਾ ਸਮਝੌਤਾ ਹੋਇਆ ਸੀਗਾ। ਹੁਣ ਤੱਕ 200 ਮਿਲੀਅਨ ਡੋਜ਼ਿਸ ਆਲਰੇਡੀ ਐਡਵਾਂਸ ਪਰਚੇਜ਼ ਜਿਹੜੀਆਂ ਆ US ਸਰਕਾਰ ਨੇ ਇਹਨਾਂ ਦੇ ਕੋਲੋਂ ਕਰ ਲਈਆਂ ਹੋਈਆਂ ਨੇ, ਅਤੇ $4.1 ਬਿਲੀਅਨ ਦੀ ਇਨਵੈਸਟਮੈਂਟ ਮੋਡਰਨਾ ਦੇ ਵਿੱਚ ਸਰਕਾਰ ਦੁਆਰਾ ਕੀਤੀ ਗਈ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਇੱਕ ਤਰ੍ਹਾਂ ਨਾਲ ਪੂਰੀ ਹਾਹਾਕਾਰ ਮਚੀ ਹੋਈ ਹੈਗੀ ਆ। ਇਕੱਲੇ ਇੱਕ ਦਿਨ ਦੇ ਵਿੱਚ ਜੇ ਦੱਸਦੇ ਜਾਈਏ, ਜਿਹੜੀ ਕਰੋਨਾ ਵਾਇਰਸ ਦੇ ਪੀੜਤ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਆ ਕਿ ਸੋਚਿਆ ਵੀ ਨਹੀਂ ਜਾ ਸਕਦਾ ਸੀ। ਕੈਲੀਫੋਰਨੀਆ ਦੇ ਵਿੱਚ ਹੁਣ ਕੈਲੀਫੋਰਨੀਆ ਦਾ ਮੁਕਾਬਲਾ ਦੂਜੇ ਮੁਲਕਾਂ ਦੇ ਬਰਾਬਰ ਹੋਣਾ ਸ਼ੁਰੂ ਹੋ ਗਿਆ ਹੈਗਾ। USA ਦੇ ਵਿੱਚ 2,47,000 ਲੋਕ ਜਿਹੜੇ ਆ ਪੋਜ਼ੀਟਿਵ ਪਾਏ ਗਏ ਇੱਕ ਦਿਨ ਦੇ ਵਿੱਚ। ਬ੍ਰਾਜ਼ੀਲ ਦੇ ਵਿੱਚ 70,574, ਕੈਲੀਫੋਰਨੀਆ ਦੇ ਵਿੱਚ 53,711 ਇੱਕ ਦਿਨ ਦੇ ਵਿੱਚ ਜਿਹੜੇ ਆ ਦਸੰਬਰ 16 ਨੂੰ ਪੋਜ਼ੀਟਿਵ ਪਾਏ ਗਏ ਸੀ। ਬਹੁਤ ਵੱਡੀ ਗਿਣਤੀ ਆ। UK ਪੂਰੇ ਇੰਗਲੈਂਡ ਦੇ ਵਿੱਚ 25,161, ਇੰਡੀਆ 'ਚ 24,000, ਫਰਾਂਸ 17,000, ਇਟਲੀ 17,000। ਸੋ ਲਾਸ ਐਂਜਲਸ ਦੀ ਜਿਹੜੀ ਕੰਡੀਸ਼ਨ ਆ ਉਹ ਇਸ ਟਾਈਮ ਬਹੁਤ ਬੁਰੀ ਆ। ਉੱਥੇ 0% ICU ਕਪੈਸਿਟੀ ਆ। ਸਾਰੇ ਹਸਪੀਟਲ ਜਿਹੜੇ ਉਹਨਾਂ ਦੇ ਫੁੱਲ ਹੈਗੇ ਆ, ਕੋਈ ਵੀ ਉਹਨਾਂ ਦੇ ਕੋਲ ਬੈੱਡ ਨਹੀਂ ਹੈਗਾ ਇਸ ਵੇਲੇ। ਇੰਨੀ ਜਿਹੜੀ ਮਾੜੀ ਸਿਚੁਏਸ਼ਨ ਆ। ਕੈਲੀਫੋਰਨੀਆ ਦੇ ਵਿੱਚ 369 ਜਿਹੜੀਆਂ ਮੌਤਾਂ ਹੋਈਆਂ ਹੈਗੀਆਂ ਆ ਇੱਕ ਦਿਨ ਦੇ ਵਿੱਚ। ਹੁਣ ਤੁਸੀਂ ਦੇਖ ਲਓ ਵੀ USA 'ਚ 3500 ਦੇ ਕਰੀਬ ਜਿਹੜੀ ਮੌਤ ਹੋਈ ਆ ਇੱਕ ਦਿਨ ਦੇ ਵਿੱਚ। ਸੈਂਟਾ ਕਲਾਰਾ ਕਾਉਂਟੀ ਦੇ ਜਿਹੜੀ ਹੈਗੀ ਆ ਚੀਫ ਆਫ ਮੈਡੀਕਲ ਸਟਾਫ, ਉਸ ਨੇ ਰੋਂਦੀ ਹੋਈ ਨੇ ਅੱਜ ਜਿਹੜੀ ਆ ਆਪਣੀ ਪ੍ਰੈਸ ਕਾਨਫਰੰਸ ਕੀਤੀ ਆ, ਅਤੇ ਉਹਦੇ ਵਿੱਚ ਦੱਸਿਆ ਵੀ ਮੈਂ ਕਦੇ ਸੋਚਿਆ ਨਹੀਂ ਸੀ ਵੀ ਸੈਂਟਾ ਕਲਾਰਾ ਵਿੱਚ ਅਸੀਂ ਇੰਨੀ ਬੈਡ ਸ਼ੇਪ ਦੇ ਵਿੱਚ ਚਲਾ ਜਾਵਾਂਗੇ। ਡਾਕਟਰ ਸਾਰਾ ਕੋਡੀ ਜਿਹੜੀ ਹੈੱਡ ਹੈਗੀ ਆ, ਉਸ ਨੇ ਇਹ ਕਿਹਾ ਵੀ ਸਾਡੇ ਲਈ ਜਿਹੜੀ ਹੁਣ ਸਿਚੁਏਸ਼ਨ ਸਾਂਭਣੀ ਜਿਹੜੀ ਆ ਬਹੁਤ ਔਖੀ ਹੋ ਰਹੀ ਹੈਗੀ ਆ। ਸੋ ਇੱਕ ਵਾਰੀ ਫੇਰ ਆਪਾਂ ਤਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਕਰ ਸਕਦੇ ਪਈ, ਜਿੱਥੇ ਵੱਡੇ ਇਕੱਠ ਹੈਗੇ ਆ ਉਹਨਾਂ ਤੋਂ ਹੁਣ ਬਚੋ, ਪਾਰਟੀਆਂ ਵਗੈਰਾ 'ਚੋਂ ਬਚੋ, ਕਿਉਂਕਿ ਈਵਨ ਦੋ ਵੈਕਸੀਨ ਅਪਰੂਵ ਕਰ ਦਿੱਤਾ ਗਿਆ ਆ, ਲੋਕਾਂ ਤੱਕ ਪਹੁੰਚਣ ਨੂੰ ਹਜੇ 3-4 ਮਹੀਨੇ ਈਜ਼ਲੀ ਲੱਗ ਜਾਣੇ ਹੈਗੇ ਆ। ਤੇ ਇਹ ਜਿਹੜਾ ਸਮਾਂ ਆ ਬਹੁਤ ਖਤਰਨਾਕ ਜਿਹੜਾ ਚੱਲ ਰਿਹਾ ਇਸ ਵੇਲੇ। ਜੀ ਜੀ, ਬਿਲਕੁਲ ਸਥਿਤੀ ਜਿਹੜੀ ਕਾਫੀ ਗੰਭੀਰ ਬਣੀ ਹੋਈ ਹੈ। ਸੋ ਆਪਾਂ ਨੂੰ ਚਾਹੀਦਾ ਆ ਵੀ ਖੁਦ ਹੀ ਜਿਹੜਾ ਆਪਣਾ ਬਚਾਅ ਰੱਖੀਏ, ਅਤੇ ਆਪਣੇ ਇਰਦ ਗਿਰਦ ਆਂਢੀਆਂ ਗੁਆਂਢੀਆਂ ਦਾ ਅਤੇ ਆਪਣੇ ਪਰਿਵਾਰ ਦੇ ਵਿੱਚ ਰਹਿ ਰਹੇ ਬਾਕੀ ਜੀਆਂ ਦਾ ਜਿਹੜਾ ਵੱਧ ਤੋਂ ਵੱਧ ਬਚਾਅ ਹੋਊਗਾ। ਬਚਾਅ ਤਾਂ ਹੀ ਹੋਣਾ ਕਿਉਂਕਿ ਜਦੋਂ ਹਸਪਤਾਲਾਂ ਦੇ ਵਿੱਚ ਜੇ ਤੁਸੀਂ ਹੋਰ ਕਿਸੇ ਚੀਜ਼ ਵਾਸਤੇ ਵੀ ਬਿਮਾਰ ਹੋ ਜਾਂਦੇ ਆ ਅਤੇ ਹਸਪਤਾਲਾਂ 'ਚ ਥਾਂ ਹੀ ਨਹੀਂ ਹੈਗੀ, ICU ਕਪੈਸਿਟੀ ਹੀ ਨਹੀਂ ਹੈਗੀ, ਅਤੇ ਫਿਰ ਦੂਜੀਆਂ ਬਿਮਾਰੀਆਂ ਕਰਕੇ ਵੀ ਲੋਕ ਜਿਹੜੇ ਆ ਉਹ ਫਿਰ ਜ਼ਿਆਦਾ ਮਰਨ ਦੇ ਜਿਹੜੇ ਉਹਨਾਂ ਦੇ ਚਾਂਸ ਵੱਧ ਜਾਂਦੇ ਆ, ਜਾਂ ਬਿਮਾਰੀ ਜਿਹੜੀ ਹੋਰ ਜ਼ਿਆਦਾ ਖਰਾਬ ਹੋ ਸਕਦੀ ਆ। ਅਗਲੀ ਜਿਹੜੀ ਅਡਜਸਟਿੰਗ ਦੀ ਗੱਲ ਕਰਦੇ ਜਾਈਏ, $1,200 ਦੇ ਸਟਿਮੂਲਸ ਚੈੱਕ ਨੂੰ ਲਗਾਤਾਰ ਜਿਹੜਾ ਆ ਉਹ ਪੁਸ਼ ਕੀਤਾ ਜਾ ਰਿਹਾ ਆ। ਜਿਹੜੇ ਸੈਨੇਟਰਸ ਹੌਲੀ ਅਤੇ ਸੈਨੇਟਰ ਜਿਹੜੇ ਸੈਂਡਰਸ ਆ
ਉਹਨਾਂ ਦੇ ਦੁਆਰਾ। ਸੈਨੇਟਰ ਹੌਲੀ ਆ ਉਹ ਕਹਿੰਦੇ ਆ ਵੀ ਮੈਂ ਇਸ ਦੇ ਉੱਤੇ ਵੋਟ ਜਿਹੜੀ ਆ ਉਹ ਸੈਨੇਟ ਦੇ ਵਿੱਚ ਕਰਵਾਉਣਾ ਚਾਹੁੰਦੇ ਆ ਤਾਂ ਜੋ ਪਤਾ ਲੱਗੇ ਵੀ ਕਿਹੜੇ ਸੈਨੇਟਰਸ ਇਸ ਦੇ ਹੱਕ ਦੇ ਵਿੱਚ ਆ ਜਾਂ ਕਿਹੜੇ ਨਹੀਂ। ਮਿਲੀਅਨਸ ਆਫ ਅਮਰੀਕਨ ਨੂੰ ਇੱਕ ਵਾਰ ਹੁਣ ਤੱਕ ਇਸ ਪੂਰੇ ਪੈਂਡੈਮਿਕ ਦੇ ਵਿੱਚ ਮਹਿਜ $1200 ਇੱਕ ਵਾਰੀ ਜਿਹੜਾ ਉਹ ਮਿਲਿਆ ਆ। ਉਸ ਤੋਂ ਇਲਾਵਾ ਮਿਲੀਅਨੇਅਰਸ ਨੂੰ ਮਿਲੀਅਨਸ ਆਫ ਡਾਲਰ ਜਿਹੜੇ ਆ ਹੁਣ ਤੱਕ ਜਿਹੜੇ ਉਹ ਮਿਲ ਚੁੱਕੇ ਹੋਏ ਆ। ਸਰਕਾਰ ਇੱਦਾਂ ਲੱਗਦਾ ਸਿਰਫ ਅਮੀਰਾਂ ਵਾਸਤੇ ਹੀ ਜਿਹੜੀ ਉਹ ਕੰਮ ਕਰਨਾ ਚਾਹ ਰਹੀ ਹੈਗੀ ਆ, ਬਾਕੀਆਂ ਨੂੰ ਜਿਹੜੇ ਆਮ ਲੋਕ ਨੇ ਉਹਨਾਂ ਦੀ ਕੋਈ ਸੁੱਧ ਬੁੱਧ ਜਿਹੜੀ ਉਹ ਨਹੀਂ ਲੈ ਰਹੀ। ਇਸੇ ਹੀ ਲੈਵਲ ਦੇ ਜਿਹੜੇ ਮੁਲਕ ਨੇ ਉਹਨਾਂ ਨੇ ਆਪਣੇ ਮੁਲਕ ਦੇ ਵਸਿੰਦਿਆਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਬਹੁਤ ਜਿਹੜੀ ਇਸ ਤਰੀਕੇ ਦੇ ਨਾਲ ਮੰਥਲੀ ਅਲਾਊਂਸ ਜਿਹੜੇ ਆ ਉਹ ਦਿੱਤੇ ਹੈਗੇ ਨੇ। ਨੋ ਡਾਊਟ ਜਿਹੜਾ ਆ ਇੱਥੇ ਵੀ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਅਨਇੰਪਲੋਇਮੈਂਟ 'ਤੇ ਉਹ ਸਾਰੀਆਂ ਚੀਜ਼ਾਂ ਦਿੱਤੀਆਂ, ਪਰ ਉਹ ਸਾਰੀਆਂ ਚੀਜ਼ਾਂ ਹੁਣ ਤੱਕ ਖ਼ਤਮ ਹੋ ਚੁੱਕੀਆਂ ਹੋਈਆਂ ਨੇ ਅਤੇ ਆਲਰੇਡੀ ਕਿੰਨੇ ਮਿਲੀਅਨ ਲੋਕ ਜਿਹੜੇ ਆ ਪਾਵਰਟੀ ਲਾਈਨ ਤੋਂ ਹੇਠਾਂ ਅਮਰੀਕਾ ਦੇ ਵਿੱਚ ਆ ਚੁੱਕੇ ਹੋਏ ਆ ਅਤੇ ਫੂਡ ਬੈਂਕਾਂ ਦੇ ਬਾਹਰ ਮੀਲਾਂ ਲੰਬੀਆਂ ਲਾਈਨਾਂ ਜਿਹੜੀਆਂ ਲੱਗਦੀਆਂ ਨੇ ਉਹ ਇਸ ਚੀਜ਼ ਦਾ ਗਵਾਹ ਜਿਹੜੀਆਂ ਉਹ ਬਣਦੀਆਂ ਜਾ ਰਹੀਆਂ ਨੇ। ਸੋ ਇਹ ਹੁਣ ਚੀਜ਼ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜਾ ਹੁਣ $1200 ਵਾਲਾ ਸਟਿਮੂਲਸ ਚੈੱਕ ਆ ਉਸ ਦੀ ਗੱਲ ਹੁੰਦੀ ਆ ਜਾਂ ਜਿਸ ਦੀ ਚਰਚਾ ਚੱਲ ਰਹੀ ਇੱਕ ਹੋਰ ਚੀਜ਼ ਦੀ ਜਿਹੜੀ $600 ਪਰ ਇੰਡੀਵਿਜੂਅਲ ਦੇ ਹਿਸਾਬ ਦੇ ਨਾਲ ਉਹ ਉਸ ਦੇ ਲਈ ਜਿਹੜਾ ਰੌਲਾ ਆ ਉਹ ਵੀ ਨਾਲ ਦੇ ਨਾਲ ਪੈ ਰਿਹਾ ਹੈ। ਸੋ ਫਾਈਟ ਜਿਹੜੀ ਆ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ ਕਿਆ ਦੋਨੋਂ ਹੀ ਖੇਮਿਆਂ 'ਚੋਂ ਇਹੀ ਜਾ ਰਿਹਾ ਵੀ ਡੀਲ ਜਿਹੜੀ ਆ ਕਲੋਜ਼ ਆ ਵੀ ਜਿਹੜੀ ਬਿਲਕੁਲ ਹੁਣ ਬੰਦ ਹੋਣ ਵਾਲੀ, ਬੰਦ ਤੋਂ ਮੇਰਾ ਭਾਵ ਵੀ ਡੀਲ ਕਲੋਜ਼ ਹੋਣ ਵਾਲੀ ਆ ਅਤੇ ਯਾਨੀ ਕਿ ਹੱਥ ਸੁੱਟ ਲੈਣਗੇ, ਕੁਛ ਨਾ ਕੁਛ ਬਣ ਜਾਊਗਾ। ਪਰ ਇਹੀ ਗੱਲਾਂ ਪਿਛਲੇ 2-3 ਦਿਨ ਤੋਂ ਆਪਾਂ ਜਿਹੜੀਆਂ ਉਹ ਸੁਣ ਰਹੇ ਹਾਂ। ਅੱਗੇ ਕੋਈ ਕਦਮ ਵਧਿਆ ਕਿ ਨਹੀਂ ਵਧਿਆ ਇਸ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਆ ਉਹ ਬਾਹਰ ਨਹੀਂ ਆ ਰਹੀ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਮੌਸਮ ਖਰਾਬ ਹੋ ਰਿਹਾ ਇਸ ਵੀਕ, ਕਈ ਜਗ੍ਹਾ ਦੇ ਉੱਤੇ ਸਨੋ ਵੀ ਬਹੁਤ ਪੈ ਰਹੀ ਹੈਗੀ ਆ। ਪੈਂਸਿਲਵੇਨੀਆ ਦੇ ਵਿੱਚ ਹਾਈਵੇ I-80 ਜਿਹੜਾ ਹੈਗਾ ਹਾਈਵੇ 80 ਆ ਉਹਦੇ ਉੱਤੇ ਬਹੁਤ ਵੱਡਾ ਐਕਸੀਡੈਂਟ ਹੋਇਆ ਜਿਹਦੇ ਵਿੱਚ 55 ਵੱਡੇ ਟਰੱਕ ਬਿਗ ਰਿਗਸ ਇਨਵੋਲਵ ਹੋਏ ਹੈਗੇ ਆ, 11 ਕਾਰਾਂ ਹੋਈਆਂ ਤੇ ਪੂਰੇ ਦਾ ਪੂਰਾ ਜਿਹੜਾ ਇੰਟਰਸਟੇਟ ਜਿਹੜਾ ਹਾਈਵੇ ਆ ਇਹਨੂੰ ਸ਼ਟ ਡਾਊਨ ਕਰਨਾ ਪਿਆ। ਸੋ ਇਹ ਕੱਲ I-80 ਗ੍ਰੀਨ ਤੇ ਲਮਾਰ ਟਾਊਨਸ਼ਿਪ ਏਰੀਏ ਦੇ ਵਿੱਚ ਸ਼ਟ ਡਾਊਨ ਕਰਨਾ ਪਿਆ। 66 ਜਿਹੜੀਆਂ ਕਾਰਾਂ ਤੇ ਜਿਹੜੇ ਟਰੱਕ ਹੈਗੇ ਆ ਇਸ ਵਿੱਚ ਇਨਵੋਲਵ ਹੋਏ। 2 ਜਾਣਿਆਂ ਦੀ ਮੌਕੇ ਦੇ ਉੱਤੇ ਹੀ ਜਿਹੜੀ ਮੌਤ ਹੋ ਗਈ ਹੈਗੀ ਆ। ਜੀ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਜਾਰਜੀਆ ਦੇ ਵਿੱਚ ਇੱਕ ਵਾਰੀ ਫੇਰ ਅੱਜ ਪਹੁੰਚੇ ਅਤੇ ਉੱਥੇ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਲਈ ਸੈਨੇਟ ਦੀਆਂ ਸੀਟਾਂ ਦੇ ਲਈ ਉਹਨਾਂ ਦੇ ਲਈ ਕੈਂਪੇਨ ਜਿਹੜਾ ਉਹ ਕੀਤਾ। ਉੱਥੋਂ ਦੀ ਰਿਪਬਲਿਕਨ ਪਾਰਟੀ ਦੀ ਜਿਹੜੀ ਹੈਗੀ ਆ ਲੌਫਲਰ, ਉਸਨੇ ਅਜੇ ਵੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਨੂੰ ਜਿੱਤਿਆ ਹੋਇਆ ਜਿਹੜਾ ਆ ਉਹ ਨਹੀਂ ਮੰਨਿਆ ਹੈਗਾ। ਸੋ ਇਹ ਵੀ ਇੱਕ ਜਿਹੜਾ ਇਸ਼ੂ ਆ ਨਾਲ ਦੇ ਨਾਲ ਬਣਦਾ ਜਿਹੜਾ ਉਹ ਆ ਰਿਹਾ ਹੈਗਾ ਆ। ਰੈਂਡ ਪੌਲ ਕਹਿ ਰਹੇ ਸੀਗੇ, ਕਹਿੰਦੇ ਵੀ ਉਹ ਬੜੇ ਕੰਸਰਨਡ ਨੇ ਜਿਹੜੇ ਐਲੀਜੀਬਲ ਵੋਟਰਸ ਜਿਹੜੇ ਆ ਜੇ ਉਹ ਜ਼ਿਆਦਾ ਵੋਟਾਂ ਪਾਉਣਗੇ। ਕਹਿੰਦੇ ਵੀ ਅਕਸਰ ਦੇਖਿਆ ਗਿਆ ਜਦੋਂ ਜ਼ਿਆਦਾ ਲੋਕ ਵੋਟ ਪਾਉਂਦੇ ਆ ਅਤੇ ਨਤੀਜੇ ਥੋੜ੍ਹੇ ਡਿਫਰੈਂਟ ਆਉਂਦੇ ਨੇ। ਸੋ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਚਿੰਤਾ ਹੈਗੀ ਆ ਵੀ ਜੇ ਐਲੀਜੀਬਲ ਵੋਟਰਸ ਨੇ ਜ਼ਿਆਦਾ ਵੋਟ ਪਾਤੀ ਤਾਂ ਉਹ ਹਾਰ ਸਕਦੇ ਨੇ। ਸੋ ਆਲਰੇਡੀ ਆਪਾਂ ਦੇਖਿਆ ਵੀ ਅਰਲੀ ਵੋਟਿੰਗ ਦੇ ਰੈਕਡ ਜਾਰਜੀਆ ਦੇ ਵਿੱਚ ਇਸ ਸਾਲ ਦੇ ਵਿੱਚ ਦੂਜੀ ਵਾਰੀ ਜਿਹੜੇ ਆ ਉਹ ਉੱਥੇ ਟੁੱਟ ਰਹੇ ਹੈਗੇ ਨੇ। ਸੋ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਪਹਿਲਾਂ ਹੀ ਵੋਟ ਪਾਉਣ ਨੂੰ ਤਰਜੀਹ ਦੇ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਤੁਹਾਨੂੰ ਹਰ ਰੋਜ਼ ਦੱਸਦੇ ਰਹਿੰਦੇ ਹਾਂ ਵੀ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆਪਣੀ ਜਿਹੜੀ ਆ ਸਰਕਾਰ ਦੇ ਵਿੱਚ ਜਿਹੜੀਆਂ ਕੈਬਨਿਟ ਲੈਵਲ ਦੀਆਂ ਪੋਜੀਸ਼ਨ ਆ ਉਹਨਾਂ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਅਨਾਊਂਸਮੈਂਟ ਕਰਦੇ ਰਹਿੰਦੇ ਆ। ਅਤੇ ਅੱਜ ਜਿਹੜੀਆਂ ਉਹਨਾਂ ਨੇ ਅਨਾਊਂਸਮੈਂਟ ਕੀਤੀਆਂ ਹੈਗੀਆਂ, ਉਹਨਾਂ ਨੇ ਮਾਈਕਲ ਰੀਗਨ ਜਿਹੜੇ ਆ ਉਹਨਾਂ ਨੂੰ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਹੈੱਡ ਲਈ ਚੁਣਿਆ ਹੈਗਾ ਆ। ਮਾਈਕਲ ਰੀਗਨ ਜਿਹੜੇ ਆ ਇਹ ਫਸਟ ਬਲੈਕ ਪਰਸਨ ਹੋਣਗੇ ਜਿਹੜੇ ਕਿ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਹੈੱਡ ਹੋਣਗੇ। ਇਸ ਤੋਂ ਪਹਿਲਾਂ ਉਹਨਾਂ ਨੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਅਤੇ ਪ੍ਰੈਜ਼ੀਡੈਂਟ ਜਾਰਜ W. ਬੁਸ਼ ਦੇ ਸਮੇਂ ਦੇ ਉੱਤੇ ਵੀ ਕੰਮ ਕੀਤਾ ਹੈਗਾ। ਇਸੇ ਤਰ੍ਹਾਂ ਜਿਹੜੇ ਦੂਸਰੀ ਇੱਕ ਹੋਰ ਪੋਜੀਸ਼ਨ ਆ ਇੰਟੀਰੀਅਰ ਸੈਕਟਰੀ, ਇਹ ਬਹੁਤ ਵੱਡੀ ਪੋਜੀਸ਼ਨ ਆ ਜਿਹਦੇ ਅੰਡਰ ਸਾਰੇ ਹੀ ਜਿਹੜੇ ਜੰਗਲ ਸਾਰੀਆਂ ਜਿਹੜੀ ਲੈਂਡ ਉਹ ਆਉਂਦੀਆਂ ਹੈਗੀਆਂ ਜੀ, ਉਸ ਦੇ ਜਿਹੜੀ ਹੈੱਡ ਹੈਗੀ ਆ ਨੇਟਿਵ ਅਮਰੀਕਨ ਰਿਪਰੈਜ਼ੈਂਟੇਟਿਵ ਹਾਲਾਂਡ ਉਹਨਾਂ ਨੂੰ ਚੁਣਿਆ ਹੈਗਾ ਆ। ਸੋ ਉਹ ਵੀ ਫਸਟ ਟਾਈਮ ਅਮਰੀਕਾ ਦੀ ਹਿਸਟਰੀ ਦੇ ਵਿੱਚ ਨੇਟਿਵ ਅਮਰੀਕਨ ਜਿਹੜੀ ਆ ਕੈਬਨਿਟ ਸੈਕਟਰੀ ਲੈਵਲ ਦੀ ਪੋਜੀਸ਼ਨ ਦੇ ਉੱਤੇ ਚੁਣੀ ਗਈ ਹੈਗੀ ਆ, ਉਹਨੂੰ ਨੋਮੀਨੇਟ ਕੀਤੀ ਗਈ ਆ। ਸੋ ਉਹਦੇ ਨਾਲ ਉਹ ਕਹਿੰਦੇ ਵੀ ਪਿਛਲੇ 30 ਜਨਰੇਸ਼ਨਾਂ ਤੋਂ ਉਹਨੂੰ ਸਾਰੀ ਹਿਸਟਰੀ ਦਾ ਪਤਾ ਹੈਗਾ। ਜਿਹੜੇ ਐਕਚੁਅਲ ਮਾਲਕ ਆ ਇਸ ਮੁਲਕ ਦੇ
ਉਹਨਾਂ ਨਾਲ ਆਪਾਂ ਦੇਖਿਆ ਹੀ ਆ ਵੀ ਕਿੰਨਾ ਧੱਕਾ ਹੁੰਦਾ। ਜਿੱਦਾਂ ਹੁਣ ਆਪਾਂ ਪੰਜਾਬ ਦੇ ਵਿੱਚ ਤਾਂ ਰੌਲਾ ਪਾਉਂਦੇ ਆ, ਇੱਥੇ ਵੀ ਬਹੁਤ ਵਾਰ ਜਦੋਂ ਜਿਹੜੀਆਂ ਪਾਈਪਸ ਬੜਬੜੀਆਂ ਲੈ ਕੇ ਜਾਂਦੇ ਹੈਗੇ ਆ ਗੈਸ ਦੀਆਂ, ਕਿੰਨੀਆਂ ਪਿੱਛੇ ਲੜਾਈਆਂ ਹੋਈਆਂ, ਧੱਕੇ ਦੇ ਨਾਲ ਕਬਜ਼ੇ ਹੁੰਦੇ ਆ। ਸੋ ਉਹ ਹੋਪਫੁਲੀ ਉਹਨਾਂ ਨੂੰ ਕੋਈ ਨਾ ਕੋਈ ਆਸ ਜਿਹੜੀ ਆ ਇਸ ਨਵੀਂ ਜਿਹੜੀ ਇੰਟੀਰੀਅਰ ਸੈਕਟਰੀ ਡੈਬ ਹਾਲੈਂਡ ਆ ਉਸ ਤੋਂ ਹੋਊਗੀ। ਜੀ ਜੀ ਬਿਲਕੁਲ ਇਹ ਮੈਨੂੰ ਲੱਗਦਾ ਕਾਫੀ ਵੈਲਕਮ ਕਦਮ ਹੈਗੇ ਨੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਇਹਨਾਂ ਨੇ ਚੁਣੀਆਂ ਆ। ਅਜੇ ਵੀ ਕਾਮਰਸ ਦੇ ਸਕੱਤਰ, ਐਜੂਕੇਸ਼ਨ ਦੇ ਲਈ, ਜਸਟਿਸ ਡਿਪਾਰਟਮੈਂਟ ਦੇ ਲਈ, ਲੇਬਰ ਦੇ ਲਈ, CIA ਅਤੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ, ਇਹ ਜਿਹੜੇ ਅਹੁਦਿਆਂ ਦੇ ਲਈ ਇਹਨਾਂ ਨੇ ਕਿਸੇ ਨੂੰ ਵੀ ਅਜੇ ਨਿਯੁਕਤ ਨਹੀਂ ਕੀਤਾ। ਨਾਮ ਜਿਹੜੇ ਉਹ ਸਾਹਮਣੇ ਨਹੀਂ ਆਏ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਜਿਹੜੇ ਅਹੁਦਿਆਂ ਦੇ ਲਈ ਜਿਹੜੇ ਨਾਮ ਆ ਉਹ ਸਾਹਮਣੇ ਆ ਜਾਣਗੇ ਅਤੇ ਫਿਰ ਪਤਾ ਲੱਗੇਗਾ ਵੀ ਕਿਸ ਦੀ ਵਾਰੀ ਜਿਹੜੀ ਇਸ ਦੇ ਵਿੱਚ ਆ ਸਕਦੀ ਹੈਗੀ ਆ। ਸੋ ਕਾਫੀ ਇਸ ਜਿਹੜੀ ਪ੍ਰਸ਼ਾਸਨ ਦੇ ਵਿੱਚ ਕਾਫੀ ਜਿਹੜੇ ਕੈਬਨਿਟ ਲੈਵਲ ਦੇ ਵਿੱਚ ਪਹਿਲੀ ਵਾਰ ਵਾਲੇ ਫਸਟ ਟਾਈਮਸ ਵਾਲੀਆਂ ਜਿਹੜੀਆਂ ਕਾਫੀ ਹੋਣਗੀਆਂ। ਇਹ ਖਬਰ ਆ ਰਹੀ ਆ ਯਾਹੂ ਦੇ ਉੱਤੇ ਜਿਹੜੇ ਪ੍ਰਾਊਡ ਬॉयਜ਼ ਵਾਲੇ ਆ, ਕਹਿੰਦੇ ਵੀ ਇਸ ਟਾਈਮ YouTube ਦੇ ਉੱਤੇ ਜਿਹੜੇ ਆ ਕੁਛ ਚੈਨਲਸ ਦੇ ਜ਼ਰੀਏ ਜਿਹੜੇ ਪ੍ਰਾਊਡ ਬॉयਜ਼ ਆ ਜਿਸ ਨੂੰ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੇਟ ਐਂਡ ਵਾਚ ਵਾਲੀ ਜਿਹੜੀ ਇੱਕ ਹਿਸਾਬ ਦੇ ਨਾਲ ਵੀ ਇੰਤਜ਼ਾਰ ਕਰੋ ਵੀ ਕਿੱਦਾਂ ਆਪਾਂ ਕਰਨਾ ਆ, ਕਹਿੰਦੇ ਵੀ ਉਹਨਾਂ ਨਾਲ ਜੁੜੀ ਹੋਈ ਰਿਪੋਰਟ ਇਹ ਆ ਰਹੀ ਆ ਵੀ ਸ਼ਾਇਦ ਇਨਾਗੂਰੇਸ਼ਨ ਦੇ ਉੱਤੇ ਜੋ ਬਾਈਡਨ ਦੇ ਉੱਤੇ ਉਹ ਵਾਇਲੈਂਸ ਜਿਹੜੀ ਉਹ ਕਰ ਸਕਦੇ ਨੇ। ਇਹ ਕੁਛ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਆਈਆਂ। ਇਸੇ ਨੂੰ ਚੱਲਦਿਆਂ ਨਿਊ ਹੈਮਸ਼ਾਇਰ ਦੀ ਇੱਕ GOP ਦੀ ਮੇਨ ਉੱਚੇ ਅਹੁਦੇ ਦੀ ਨੁਮਾਇੰਦੇ ਵਾਲੀ, ਉਸ ਨੇ ਆਪਣੀ ਰਜਿਸਟ੍ਰੇਸ਼ਨ ਰਿਪਬਲਿਕਨ ਪਾਰਟੀ ਤੋਂ ਹਟਾ ਕੇ ਇੰਡੀਪੈਂਡੈਂਟ ਕਹਿੰਦੀ ਆ ਉਹ ਕਰ ਦਿੱਤੀ। ਕਹਿੰਦੀ ਵੀ ਜਿਸ ਤਰੀਕੇ ਦੇ ਨਾਲ ਰਾਈਟ ਨਾਓ ਚੱਲ ਰਿਹਾ ਹੈ, ਇਲੈਕਸ਼ਨ ਦੇ ਨਤੀਜਿਆਂ ਨੂੰ ਮੰਨਣ ਤੋਂ ਇਨਕਾਰੀ ਹੋਏ ਨੇ। ਇਹ ਕਹਿੰਦੇ ਆ ਵੀ ਪਾਰਟੀ ਆਫ ਲਿੰਕਨ ਜਿਹੜੀ ਉਹ ਹੁਣ ਰਹੀ ਨਹੀਂ ਆ ਅਤੇ ਬੜੀ ਸ਼ਰਮਿੰਦਗੀ ਜਿਹੜੀ ਉਹ ਇਸ ਟਾਈਮ ਹੋ ਰਹੀ ਆ। ਕਹਿੰਦੇ ਟਰਾਈ ਕਰ ਰਹੇ ਆ ਵੀ ਬਸ ਅਸੀਂ ਕੂਪ ਜਿਹੜਾ ਆ ਉਹ ਕਰ ਦਈਏ, ਪਰ ਕਹਿੰਦੇ ਵੀ ਇਹ ਬਹੁਤ ਮੰਦਭਾਗੀ ਗੱਲ ਆ ਜੋ ਰਾਈਟ ਨਾਓ ਰਿਪਬਲਿਕਨ ਪਾਰਟੀ ਵੱਲੋਂ ਕੀਤੀ ਜਾ ਰਹੀ ਆ। ਜੀ ਅਗਲੀ ਖਬਰ ਵੱਲ ਚਲੀਏ, ਜਿਹੜੀ ਇਸ ਵਾਰੀ ਕੈਲੀਫੋਰਨੀਆ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਰਿਸਟ੍ਰਿਕਸ਼ਨਸ ਜਿਹੜੀਆਂ ਆ ਗਵਰਨਰ ਗੈਵਨ ਨਿਊਸਮ ਵੱਲੋਂ ਲਾਈਆਂ ਗਈਆਂ ਆ। ਉਹਦੇ ਵਿੱਚ ਧਾਰਮਿਕ ਪਲੇਸਿਸ ਵੀ ਸੀਗੀਆਂ, ਜਗ੍ਹਾ ਸੀਗੀਆਂ, ਚਰਚ, ਗੁਰਦੁਆਰੇ, ਮੰਦਿਰ ਜੋ ਵੀ ਹੈਗੇ ਆ, ਪਰ ਸੁਪਰੀਮ ਕੋਰਟ ਨੇ ਡਿਸੀਜਨ ਦੇ ਦਿੱਤਾ ਸੀ। ਅਤੇ ਅੱਜ ਕੈਲੀਫੋਰਨੀਆ ਦੇ ਇੱਕ ਜੱਜ ਨੇ ਇਹ ਵੀ ਰੂਲ ਕਰ ਦਿੱਤਾ ਵੀ ਜਿਹੜੇ ਸਟ੍ਰਿਪ ਕਲੱਬ ਆ ਉਹਨਾਂ ਨੂੰ ਵੀ ਐਗਜ਼ੈਂਪਟ ਕੀਤਾ ਜਾਵੇ ਕੈਲੀਫੋਰਨੀਆ ਦੀ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ। ਸੁਪੀਰੀਅਰ ਕੋਰਟ ਦੇ ਜੱਜ ਜੋਇਲ ਵੋਲਫੀਲਡ ਜਿਹੜੇ ਆ ਉਹਨਾਂ ਨੇ ਪ੍ਰੀਲਿਮਿਨਰੀ ਇੰਜੰਕਸ਼ਨ ਜਿਹੜੀ ਆ ਸੈਨ ਡੀਗੋ ਕਾਉਂਟੀ ਦੇ ਵਿੱਚ ਇਹ ਦਿੱਤੀ ਹੈਗੀ ਆ। ਕਹਿੰਦੇ ਵੀ ਜਿਹੜੇ ਕਲੱਬਸ ਦੇ ਉੱਤੇ ਰਿਸਟ੍ਰਿਕਸ਼ਨ ਲਾਈ ਗਈ ਆ ਉਹ ਗਲਤ ਹੈਗੀ ਆ। ਸੋ ਹੁਣ ਦੇਖੋ ਵੀ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ ਉਹ ਵੀ ਪੂਰੀ ਦੀ ਪੂਰੀ ਆਪਣੀ ਟਰਾਈ ਕਰ ਰਹੇ ਆ, ਪਰ ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਪਹਿਲੀ ਖਬਰ 'ਚ ਦੱਸਿਆ ਸੀ ਵੀ ਲਾਸ ਐਂਜਲਸ 'ਚ ਇੰਨਾ ਬੁਰਾ ਹਾਲ ਆ, ਹਰ 2 ਘੰਟੇ ਬਾਅਦ ਇੱਕ ਬੰਦੇ ਦੀ ਉੱਥੇ ਜਿਹੜੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਰਹੀ ਹੈਗੀ ਆ। ਜੀ ਸੁਪਰੀਮ ਕੋਰਟ ਨੇ ਜਿਹੜੇ ਅੱਜ ਇਹ ਕਿਹਾ ਵੀ ਜਿਹੜੇ ਕੈਂਟਕੀ ਦੇ ਵਿੱਚ ਉੱਥੋਂ ਦੇ ਗਵਰਨਰ ਐਂਡਰਿਊ ਬੀਸ਼ਰ ਜਿਹੜੇ ਆ ਉਹਨਾਂ ਨੇ ਕਿਹਾ ਸੀਗਾ ਵੀ ਸਾਰੇ ਪਬਲਿਕ ਸਕੂਲ ਅਤੇ ਪ੍ਰਾਈਵੇਟ K ਤੋਂ 12 ਸਕੂਲ ਤੱਕ ਜਿਹੜੇ ਉਹ ਬੰਦ ਹੋਣ ਇਨ ਪਰਸਨ ਇੰਸਟਰਕਸ਼ਨਸ ਦੇ ਲਈ। ਕਹਿੰਦੇ ਵੀ ਉਸ ਨੂੰ ਬੇਸਿਕਲੀ ਅਪਹੈਲਡ ਜਿਹੜਾ ਉਹ ਕਰ ਦਿੱਤਾ। ਇਸ ਦੇ ਖਿਲਾਫ ਕਈ ਲੋਕ ਅਦਾਲਤ ਦਾ ਸਹਾਰਾ ਲੈਣ ਗਏ ਸੀਗੇ ਵੀ ਇਹ ਸਾਡੇ ਨਾਲ ਕਿਤੇ ਨਾ ਕਿਤੇ ਜਿਹੜਾ ਉਹ ਧੱਕਾ ਹੋਇਆ ਆ। ਖਾਸ ਕਰਕੇ ਰਿਲੀਜੀਅਸ ਸਕੂਲਸ ਵਾਲਿਆਂ ਨੇ ਇਸ ਨੂੰ ਜਿਹੜਾ ਉਹ ਚੈਲੰਜ ਕੀਤਾ ਸੀਗਾ, ਪਰ ਸੁਪਰੀਮ ਕੋਰਟ ਨੇ ਇਨਕਾਰ ਜਿਹੜਾ ਉਹ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਕੈਂਟਕੀ ਦੀਆਂ ਜਿਹੜੀਆਂ ਆ ਇਹ ਰੂਲਸ ਆ ਇਹਨਾਂ ਉੱਤੇ ਵੀ ਜਿਹੜੇ ਉਹ ਲਾਗੂ ਹੋਣਗੇ। ਕਹਿੰਦੇ ਵੀ ਇਹ ਬਾਕੀਆਂ ਦੇ ਨਾਲੋਂ ਸਕੂਲ ਦੇ ਨਾਲੋਂ ਜਿਹੜੇ ਉਹ ਵੱਖਰੇ ਨਹੀਂ ਹੋਣਗੇ। ਆਲਰੇਡੀ ਜਿਹੜਾ ਉੱਥੇ 23 ਨਵੰਬਰ ਨੂੰ ਇਹ ਲਾਗੂ ਹੋਇਆ ਸੀ ਅਤੇ 7 ਦਸੰਬਰ ਤੱਕ ਹੀ ਜਿਹੜਾ ਇਹ ਰਹਿਣਾ ਸੀਗਾ, ਪਰ ਮਿਡਲ ਅਤੇ ਹਾਈ ਸਕੂਲ ਜਿਹੜੇ ਉਹ 4 ਜਨਵਰੀ ਤੱਕ ਆ। ਸੋ ਕਹਿੰਦੇ ਵੀ ਜਦੋਂ ਇਹ ਹਟ ਜਾਊਗੀ ਬੰਦਿਸ਼ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਕੂਲ ਉਹ ਦੁਬਾਰਾ ਖੁੱਲ੍ਹ ਸਕਦੇ ਨੇ। ਜੀ ਅਗਲੀ ਖਬਰ ਫਰਾਂਸ ਤੋਂ ਆ ਰਹੀ ਆ। ਫਰਾਂਸ ਦੇ ਜਿਹੜੇ ਫ੍ਰੈਂਚ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਆ ਉਹ ਵੀ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ ਆ। ਕਹਿੰਦੇ ਪਈ ਉਹਨਾਂ ਨੂੰ ਬੁਖਾਰ ਸੀ ਅਤੇ ਬਹੁਤ ਹੀ ਥੱਕੇ ਹੋਏ ਮਹਿਸੂਸ ਕਰਦੇ ਅਤੇ ਨਾਲ ਉਹਨਾਂ ਨੂੰ ਖੰਘ ਵਗੈਰਾ ਜਿਹੜੀ ਆਉਂਦੀ ਸੀ। ਸੋ ਹੁਣ ਜਿਹੜੇ ਮੈਕਰੋਨ ਆ ਉਹਨਾਂ ਨੇ ਆਪਣੇ ਆਪ ਨੂੰ ਇੱਕ ਹਫ਼ਤੇ ਦੇ ਲਈ ਸੈਲਫ ਆਈਸੋਲੇਸ਼ਨ ਦੇ ਵਿੱਚ ਰੱਖਿਆ ਹੈਗਾ। 42 ਸਾਲਾਂ ਦੇ ਇਹ ਜਿਹੜੇ ਫ੍ਰੈਂਚ ਪ੍ਰੈਜ਼ੀਡੈਂਟ ਹੈਗੇ ਆ, ਇਹ ਪਿੱਛੇ ਜਿਹੇ ਪੈਰਿਸ ਵੀ ਕਹਿੰਦੇ ਉੱਥੇ ਜਾ ਕੇ ਆਏ ਸੀ ਅਤੇ ਹੋਰ ਜਿਹੜੇ ਲੀਡਰਸ ਆ ਉਹਨਾਂ ਨੂੰ ਵੀ ਮਿਲੇ ਆ। ਸੋ ਹੁਣ ਉਹਨਾਂ ਲੀਡਰਸ ਨੂੰ ਵੀ ਜਿਹੜਾ ਕੁਆਰੰਟੀਨ ਕਰਨਾ ਪੈਣਾ ਹੈਗਾ ਆ।
ਸੋ ਹੁਣ ਆਪਾਂ ਦੇਖਦੇ ਹਾਂ ਵੀ ਓਵਰਆਲ ਪੂਰੇ ਦੁਨੀਆ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ, ਬੜੀਆਂ ਖਤਰਨਾਕ ਖਬਰਾਂ ਇਹ ਆ ਰਹੀਆਂ ਹੈਗੀਆਂ। ਜੀ। ਅਗਲੀ ਗੱਲ ਕਰਦੇ ਜਾਈਏ, ਸੈਨੇਟਰ ਇਲੈਕਟ ਟੌਮੀ ਟਬਰਵੈਲ ਉਹਨਾਂ ਨੇ ਇਹ ਇਸ਼ਾਰਾ ਕੀਤਾ ਹੈ ਵੀ ਆ ਰਹੀ ਜਿਹੜੀ 5 ਆਈ ਥਿੰਕ ਜਨਵਰੀ ਨੂੰ ਜਦੋਂ ਉੱਥੇ ਵੋਟ ਕਾਊਂਟ ਕੀਤੀ ਜਾਣੀ ਹੈਗੀ ਆ ਇਲੈਕਟਰਲ ਕਾਲਜ ਦੀ ਸਦਨ ਦੇ ਵਿੱਚ, ਤਾਂ ਉੱਥੇ ਉਸ ਕਾਊਂਟ ਨੂੰ ਇਹ ਚੈਲੰਜ ਕਰ ਸਕਦੇ ਆ। ਉੱਦਾਂ ਮਿਚ ਮਕੌਨਲ ਨੇ ਮੰਨ ਲਿਆ ਵੀ ਇਹ ਜਿਹੜੇ ਜੋ ਬਾਈਡਨ ਨੇ ਉਹ ਪ੍ਰੈਜ਼ੀਡੈਂਟ ਇਲੈਕਟ ਉਹ ਬਣ ਗਏ ਨੇ, ਉਹ ਜਿੱਤ ਗਏ ਨੇ, ਅਤੇ ਬਾਕੀ ਵੀ ਜਿਹੜੇ ਕਈ ਸੈਨੇਟਰਸ ਆ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਕਿਹਾ ਸੀਗਾ ਵੀ ਇਹ ਚੈਲੰਜ ਕਰਨਾ ਹੁਣ ਕੋਈ ਬਹੁਤੀ ਸਮਝਦਾਰੀ ਵਾਲੀ ਜਿਹੜੀ ਉਹ ਗੱਲ ਨਹੀਂ ਹੈਗੀ। ਹੋਰ ਜਿਹੜੇ ਸੈਨੇਟਰਸ ਆ ਉਹਨਾਂ ਨੇ ਇਸ ਦੇ ਉੱਤੇ ਅਜੇ ਹਾਲ ਦੀ ਘੜੀ ਚੁੱਪੀ ਜਿਹੜੀ ਉਹ ਧਾਰੀ ਰੱਖੀ ਹੈਗੀ ਆ। ਰਾਸ਼ਟਰਪਤੀ ਟਰੰਪ ਨੂੰ ਵੱਡੀ ਪਟਕਣੀ ਜਿਹੜੀ ਇਲੈਕਟਰਲ ਕਾਲਜ ਦੇ ਵਿੱਚ ਜੋ ਬਾਈਡਨ ਹੁਣਾਂ ਨੇ ਦਿੱਤੀ ਆ, 232 ਦੇ ਮੁਕਾਬਲੇ 306 ਜਿਹੜੀਆਂ ਇਲੈਕਟਰਲ ਕਾਲਜ ਦੀਆਂ ਵੋਟਾਂ ਆ ਉਹਨਾਂ ਦੀ ਜਿੱਤ ਉੱਥੇ ਹੋਈ ਸੀਗੀ। ਸੋ ਦੇਖਦੇ ਹਾਂ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਟੌਮੀ ਟਬਰਵਿਲ ਤੋਂ ਇਲਾਵਾ ਹੋਰ ਕਿਹੜੇ ਜਿਹੜੇ GOP ਦੇ ਸੈਨੇਟਰਸ ਆ ਇਸ ਇਲੈਕਟਰਲ ਕਾਲਜ ਦੇ ਵੋਟ ਕਾਊਂਟ ਨੂੰ ਚੈਲੰਜ ਕਰਨਗੇ। ਚੈਲੰਜ ਕਰਨ ਦਾ ਮਤਲਬ ਇਹ ਨਹੀਂ ਹੋਊਗਾ ਵੀ ਉਹਨਾਂ ਦਾ ਚੈਲੰਜ ਜਿਹੜਾ ਆ ਉਹ ਜਿੱਤ ਜਾਊਗਾ। ਆਲਰੇਡੀ ਆਪਾਂ ਦੇਖਿਆ ਆ ਹੁਣ ਤੱਕ ਦਰਜਨ ਤੋਂ ਵੱਧ ਕੇਸਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਇਲੈਕਸ਼ਨ ਹਾਰਨ ਤੋਂ ਬਾਅਦ ਹੋਰ ਕੇਸ ਜਿਹੜੇ ਆ ਉਹ ਹਾਰ ਚੁੱਕੇ ਨੇ। ਜੀ, ਸਾਡਾ ਸਮਾਂ ਵੀ ਸਮਾਪਤੀ ਵਾਲਾ। USA ਦੇ ਵਿੱਚ ਜਿਹੜੀਆਂ ਮੌਤਾਂ ਆ ਕਰੋਨਾ ਵਾਇਰਸ ਦੇ ਨਾਲ ਸਭ ਤੋਂ ਜ਼ਿਆਦਾ ਜਿਹੜੇ ਨਰਸਿੰਗ ਹੋਮਸ ਆ ਉਹਨਾਂ ਦੇ ਵਿੱਚ ਹੋਈਆਂ। ਸੋ ਹੁਣ ਅੱਜ ਜਿਹੜੇ ਨਰਸਿੰਗ ਹੋਮਸ ਆ ਉਹਨਾਂ ਦੇ ਵਿੱਚ ਪ੍ਰਾਇਓਰਟੀ ਬੇਸ ਦੇ ਉੱਤੇ ਜਿਹੜੇ ਵੈਕਸੀਨ ਆ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਲਾਣੇ ਸ਼ੁਰੂ ਕਰ ਦਿੱਤੇ ਹੈਗੇ ਆ। 2,47,403 ਹਰ ਰੋਜ਼ ਕੇਸ ਆ ਰਹੇ ਹੈਗੇ ਆ, ਤੇ ਕੱਲ ਦੇ ਵਿੱਚ 3656 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਸੋ ਇਹਨੂੰ ਦੇਖਦੇ ਹੋਏ ਹੁਣ ਪੂਰੇ USA ਦੇ ਵਿੱਚ ਜਿਹੜੇ ਨਰਸਿੰਗ ਹੋਮਸ ਹੈਗੇ ਆ ਉਹ ਕਹਿੰਦੇ ਵੀ ਸਭ ਤੋਂ ਪਹਿਲਾਂ ਤਾਂ ਇਹ ਆਈ ਸੀ ਖਬਰ ਪਈ ਜਿਹੜੇ ਐਮਰਜੈਂਸੀ ਜਿਹੜੇ ਫਰੰਟ ਲਾਈਨ ਦੇ ਉੱਤੇ ਕੰਮ ਕਰਦੇ ਹੈਗੇ ਡਾਕਟਰਸ ਨਰਸਿਸ ਉਹਨਾਂ ਨੂੰ, ਤੇ ਉਸ ਤੋਂ ਬਾਅਦ ਹੁਣ ਇਹ ਕਹਿੰਦੇ ਆ ਵੀ ਜਿਹੜੇ ਨਰਸਿੰਗ ਫੈਸਿਲਿਟੀਜ਼ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਆ ਉਹਨਾਂ ਨੂੰ ਪ੍ਰਾਇਓਰਟੀ ਬੇਸ ਦੇ ਉੱਤੇ ਜਿਹੜੇ ਵੈਕਸੀਨ ਆ ਉਹ ਲਾਏ ਜਾਣਗੇ, ਕਿਉਂਕਿ ਇੱਕ ਤਾਂ ਉਹ ਬਜ਼ੁਰਗ ਹੈਗੇ ਆ, ਉਹਨਾਂ ਦੀ ਏਜ 50-60 ਸਾਲ ਤੋਂ ਉੱਤੇ ਹੈ, ਦੂਜਾ ਕੋਈ ਨਾ ਕੋਈ ਉਹਨਾਂ ਦਾ ਹੈਲਥ ਇਸ਼ੂ ਆ। ਸੋ ਇਸ ਕਰਕੇ ਉਹਨਾਂ ਨੂੰ ਪ੍ਰਾਇਓਰਟੀ ਬੇਸ ਦੇ ਉੱਤੇ ਜਿਹੜੇ ਵੈਕਸੀਨ ਆ ਇਹ ਲਾਏ ਜਾਣਗੇ। ਜੀ ਜੀ, ਰਾਸ਼ਟਰਪਤੀ ਟਰੰਪ ਨੇ ਅੱਜ ਜਿਹੜਾ ਕਿਹਾ ਵੀ ਕਹਿੰਦੇ ਜਿਹੜਾ ਡਿਫੈਂਸ ਬਿੱਲ ਦੋਨਾਂ ਹੀ ਸਦਨਾਂ ਨੇ ਵੱਡੇ ਬਹੁਮਤ ਦੇ ਨਾਲ ਜਿਹੜਾ ਉਹ ਪਾਸ ਕੀਤਾ ਸੀ, $700 ਬਿਲੀਅਨ ਦੀ ਜਿਹੜੀ ਸਪੈਂਡਿੰਗ ਸੀਗੀ ਡਿਫੈਂਸ ਦੇ ਲਈ ਅਤੇ ਪੈਂਟਾਗਨ ਦੀਆਂ ਪਾਲਿਸੀਜ਼ ਨੂੰ ਲੈ ਕੇ, ਉਸ ਨੂੰ ਕਹਿੰਦੇ ਆ ਵੀ ਉਹ ਵੀਟੋ ਕਰਨ ਜਾ ਰਹੇ ਆ। ਉਹਨਾਂ ਨੇ ਕਿਹਾ ਵੀ ਇਹ ਮੈਂ ਬਿੱਲ ਦੇ ਉੱਤੇ ਸਾਈਨ ਤਾਂ ਹੀ ਕਰਨੇ ਆ ਜਿਹੜਾ ਸੈਕਸ਼ਨ 230 ਉਸ ਦੀ ਟਰਮੀਨੇਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਆ, ਨੈਸ਼ਨਲ ਮੋਨੂਮੈਂਟਸ ਆ ਉਹਨਾਂ ਦੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ, ਅਤੇ ਜਿਹੜੀ ਮਿਲਟਰੀ ਨੂੰ ਰਿਮੂਵ ਕਰਨ ਦੀ ਆ ਇਸ ਦੇ ਵਿੱਚ ਥਾਂ ਜਿਹੜੀ ਹੋਣੀ ਚਾਹੀਦੀ ਆ ਉਹਨਾਂ ਥਾਵਾਂ ਤੋਂ ਜਿਹੜੇ ਲੋਕ ਸਾਡੀ ਮਿਲਟਰੀ ਨੂੰ ਐਪਰੀਸ਼ੀਏਟ ਨਹੀਂ ਕਰਦੇ ਹੈਗੇ। ਇਸ ਤੋਂ ਪਹਿਲਾਂ ਲਿੰਡਸੀ ਗ੍ਰਾਹਮ ਨੇ ਵੀ ਅਜਿਹੇ ਹੀ ਜਿਹੜੀਆਂ ਗੱਲਾਂ ਆ ਉਹ ਦੁਹਰਾਈਆਂ ਸੀਗੀਆਂ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਹੁੰਦਾ, ਪਰ ਇਹ ਦੋਨੋਂ ਹੀ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਜਿਹੜਾ ਇਹ ਬਿੱਲ ਪਾਸ ਹੋਇਆ ਆ ਵੀਟੋ ਪ੍ਰੂਫ ਮੈਜੋਰਟੀਜ਼ ਦੇ ਨਾਲ। ਸੋ ਦੇਖਦੇ ਹਾਂ ਵੀ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਜਿਹੜਾ ਕਹਿੰਦੇ ਵੀ ਇਹ ਵੀਟੋ ਜੇ ਉਹ ਕਰਦੇ ਆ ਅਤੇ ਜੇ ਉਹ ਮੁੜ ਕੇ ਦੁਬਾਰਾ ਆ ਵੀ ਜਾਂਦਾ ਉਹਨਾਂ ਨੂੰ, ਤਾਂ ਫਿਰ ਸ਼ਾਇਦ ਦੁਬਾਰਾ ਉਹਨਾਂ ਨੂੰ ਸਾਈਨ ਕਰਨਾ ਪੈ ਸਕਦਾ ਹੈ। ਸੋ ਕਹਿੰਦੇ ਵੀ ਇਹ ਰਾਸ਼ਟਰਪਤੀ ਟਰੰਪ ਰਾਈਟ ਨਾਓ ਇੱਕ ਪੋਕਟ ਵੀਟੋ ਜਿਹੜੀ ਆ ਉਹ ਮਨੂਵਰ ਕਰ ਰਿਹਾ, ਜਿੱਦਾਂ ਨਿਆਣਾ ਨਾਰਾਜ਼ ਨਹੀਂ ਹੋ ਜਾਂਦਾ ਮੈਂ ਨਹੀਂ ਮੰਨਦਾ, ਉਹ ਗੱਲ ਜਿਹੜੀ ਰਾਸ਼ਟਰਪਤੀ ਟਰੰਪ ਕਰ ਰਹੇ ਆ। ਕਹਿੰਦੇ ਵੀ ਰਿਫਿਊਜ਼ ਕਰਨ ਦੇ ਉੱਤੇ 10 ਦਿਨਾਂ ਬਾਅਦ ਇਹਨਾਂ ਨੂੰ ਇਸ ਬਿੱਲ ਦੇ ਉੱਤੇ ਸਾਈਨ ਕਰਨੇ ਹੀ ਜਿਹੜੇ ਉਹ ਪੈਣਗੇ। ਕਹਿੰਦੇ ਵੀ ਇਹ ਅਨਕਲੀਅਰ ਆ ਵੀ ਜਿਹੜੇ ਪ੍ਰੈਜ਼ੀਡੈਂਟ ਆ ਇਹ ਵੀਟੋ ਪ੍ਰੂਫ ਬਿੱਲ ਨੂੰ ਐਕਚੁਅਲ 'ਚ ਵੀਟੋ ਜਿਹੜੀ ਆ ਉਹ ਕਿੱਦਾਂ ਕਰਨਗੇ। ਇਕੋਨਮੀ ਦੀ ਜੇ ਗੱਲ ਕਰਦੇ ਜਾਈਏ, ਇਸ ਹਫ਼ਤੇ ਜਿਹੜੀ ਆ 8,85,000 ਲੋਕਾਂ ਨੇ ਅਨਪਲਾਇਮੈਂਟ ਜਿਹੜੀ ਹੋਰ ਫਾਈਲ ਕੀਤੀ ਆ। ਇਹ ਪਿਛਲੇ ਹਫ਼ਤੇ ਨਾਲੋਂ ਗਿਣਤੀ ਜ਼ਿਆਦਾ ਆ। ਪਿਛਲੇ ਹਫ਼ਤੇ ਦੇ ਵਿੱਚ 8,62,000 ਲੋਕਾਂ ਨੇ ਫਾਈਲ ਕੀਤਾ ਸੀ ਅਤੇ ਇਸ ਹਫ਼ਤੇ 8,85,000 ਲੋਕਾਂ ਨੇ ਫਾਈਲ ਕੀਤਾ ਆ। ਪੂਰੀ ਰੈਸਟੋਰੈਂਟ ਇੰਡਸਟਰੀ, ਰੀਟੇਲਰਸ ਨੇ, ਜਿਹੜੇ ਰੀਟੇਲਰਸ ਬਿਜ਼ਨਸ ਆ, ਵਾਇਰਸ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਆ ਖਤਮ ਕਰ ਦਿੱਤਾ ਆ ਜੀ, ਕਹਿੰਦੇ ਦੇਖਦੇ ਜਾਈਏ। ਅਤੇ ਇਕੋਨਮੀ ਨੂੰ 2021 ਦੇ ਵਿੱਚ ਬੈਟਰ ਰੱਖਣ ਦੇ ਲਈ, ਗੁੱਡ ਰੱਖਣ ਦੇ ਲਈ
ਜਿਹੜੇ ਫੈਡ ਆ ਉਹ ਕਹਿੰਦੇ ਪਏ ਅਸੀਂ ਇੰਟਰਸਟ ਰੇਟ ਆਲਮੋਸਟ ਜ਼ੀਰੋ ਤੇ ਹੀ ਰੱਖਾਂਗੇ, ਜਿਹੜੇ ਉਹ ਬੈਂਕਸ ਨੂੰ ਦਿੰਦੇ ਆ, ਉਹ ਗਾਹਾਂ ਬੈਂਕ ਫਿਰ ਜਿਹੜੀ ਆਮ ਕਸਟਮਰ ਨੂੰ ਦਿੰਦੇ ਆ। ਸੋ 2021 ਦੇ ਵਿੱਚ ਲੱਗਦਾ ਨਹੀਂ ਕੋਈ ਇੰਟਰਸਟ ਰੇਟ ਉੱਪਰ ਜਾਊਗਾ, ਇਕੋਨਮੀ ਜਿਹੜੀ ਆ ਗੁੱਡ ਰਹੇ, ਪਰ ਓਵਰਆਲ ਜਿਹੜੀ ਸਿਚੁਏਸ਼ਨ ਆ ਉਹ ਇੰਨੀ ਜ਼ਿਆਦਾ ਗੁੱਡ ਨਹੀਂ ਲੱਗ ਰਹੀ ਸਨ 2021 ਦੇ ਲਈ। ਜੀ, ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ 'ਤੇ ਹੈ। ਅਤੇ ਸਟਾਕ ਮਾਰਕੀਟ ਦੇ ਬਾਰੇ ਜੇ ਤੁਹਾਨੂੰ ਜਾਂਦੇ ਜਾਂਦੇ ਦੱਸਦੇ ਜਾਈਏ, ਅੱਜ ਦੂਜੀ ਵੈਕਸੀਨ ਦੀ ਜਿਹੜੀ ਆ ਅਪਰੂਵਲ ਪੈਨਲ ਦੇ ਦੁਆਰਾ ਉਸ ਦੀ ਖਬਰ 'ਤੇ ਸਟਿਮੂਲਸ ਬਿੱਲ ਜਿਹੜਾ ਤਕਰੀਬਨ ਪਾਸ ਹੋਣ ਦੀ ਕਗਾਰ 'ਤੇ ਉਸ ਖਬਰ ਦੇ ਉੱਤੇ ਡਾਓ ਜੋਨਸ ਜਿਹੜਾ ਹੈ ਉਸ ਦੇ ਵਿੱਚ 149 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 30,303 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਵੀ 107 ਪੁਆਇੰਟ ਵਧੇ, 12,764 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 21 ਪੁਆਇੰਟ ਵਧੇ, 3,722 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,885 ਪ੍ਰਤੀ ਆਉਂਸ ਰਹੀ। ਜੀ, ਇੱਕ US$ ਦੀ ਕੀਮਤ $73.55 ਇੰਡੀਅਨ ਰੁਪਈਆਂ ਦੇ ਬਰਾਬਰ ਰਹੀ ਆ। ਇਸੇ ਤਰ੍ਹਾਂ ਇੱਕ US$ ਦੀ ਕੀਮਤ ਜਿਹੜੀ ਹੈਗੀ ਆ ਜੇ ਕੈਨੇਡਾ ਦਾ ਦੇਖਿਆ ਜਾਵੇ $1.29 ਦੇ ਬਰਾਬਰ ਰਹੀ ਹੈ। ਜੀ, ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।